ਸਾਡੇ ਪਿੰਡ ਦਾ ਨਾਮ ਆਦਮਪੁਰ ਹੈ। ਸਾਡੇ ਪਿੰਡ ਵਿੱਚ 2-3 ਅਮੀਰ ਘਰ ਸੀ, ਜਿਨ੍ਹਾਂ ਵਿੱਚੋਂ ਇੱਕ ਘਰ ਸਰਪੰਚ ਦਾ ਹੀ ਸੀ। ਸਰਪੰਚ ਦਾ ਨਾਮ ਕਾਲੀਨਾਥ ਤੇ ਉਹ ਅੰਧ ਵਿਸ਼ਵਾਸੀ ਤੇ ਪੁਰਾਣੇ ਵਿਚਾਰਾਂ ਵਾਲਾ ਸੀ। ਸਾਡੇ ਪਿੰਡ 'ਚ ਸਰਪੰਚ ਪੀੜੀ 'ਚੋਂ ਹੀ ਬਣਦੇ। ਕਾਲੀਨਾਥ ਪਿੰਡ ਦੇ ਲੋਕਾਂ ਸਾਹਮਣੇ ਭਲਾ ਬੰਦਾ ਤੇ ਉਪਕਾਰੀ ਬਣਦਾ ਸੀ। ਲੋਕ ਉਸ ਦੇ ਵਿਸ਼ਵਾਸ 'ਚ ਅੰਨੇ ਸਨ, ਪਰ ਗੱਲ ਕੋਈ ਹੋਰ ਹੀ ਸੀ। ਜਿਵੇਂ ਸਰਪੰਚ ਕਹਿੰਦਾ ਸੀ ਪਿੰਡ 'ਚ ਉਵੇਂ ਹੀ ਹੁੰਦਾ, ਤੇ ਜੋ ਸਰਪੰਚ ਦੀ ਗੱਲ ਨਾ ਮੰਨਦਾ ਉਸ ਦੇ ਸਾਰੇ ਪਰਿਵਾਰ ਨੂੰ ਪਿੰਡ 'ਚੋਂ ਕੱਢ ਦਿੱਤਾ ਜਾਂਦਾ ਤੇ ਉਸ ਦੇ ਘਰ ਤੇ ਜ਼ਮੀਨ ਤੇ ਕਬਜ਼ਾ ਕਰ ਲਿਆ ਜਾਂਦਾ। ਸਾਡੇ ਪਿੰਡ ਦੇ ਬਾਹਰਲੀ ਸਾਈਡ ਤੇ ਇੱਕ ਪੁਰਾਣਾ ਬੰਗਲਾ ਸੀ, ਜਿੱਥੇ ਲੋਕ ਰਾਤ ਨੂੰ ਜਾਣ ਤੋਂ ਡਰਦੇ ਸੀ, ਕਿਉਂਕਿ ਉਸ ਬੰਗਲੇ 'ਚ ਭੂਤਾਂ ਦਾ ਡੇਰਾ ਦੱਸਿਆ ਜਾਂਦਾ ਸੀ। ਉੱਥੇ ਸਿਰਫ ਉਹੀ ਜਾ ਸਕਦੀ ਸੀ ਜਿਸ ਦਾ ਵਿਆਹ ਹੋਣਾ ਹੁੰਦਾ ਸੀ। ਸਰਪੰਚ ਨੇ ਇੱਕ ਰਸਮ ਚਲਾਈ ਕਿ ਜਿਸ ਕੁੜੀ ਦਾ ਵਿਆਹ ਹੋਣਾ ਹੁੰਦਾ ਹੈ ਉਸ ਨੂੰ ਰੱਜ ਕੇ ਖਾਣਾ ਖਵਾਇਆ ਜਾਂਦਾ ਤੇ ਸੋਨਾ ਪਾ ਕੇ ਇੱਕ ਦਿਨ ਪਹਿਲਾਂ ਬੰਗਲੇ 'ਚ ਭੇਜਿਆ ਜਾਂਦਾ। ਤੇ ਜਦੋਂ ਕੁੜੀ ਵਾਪਸ ਆਉਂਦੀ ਤਾਂ ਸੋਨੇ ਦੀ ਜਗ੍ਹਾ ਉਸ ਦੇ ਗਲੇ 'ਚ ਚਾਂਦੀ ਹੁੰਦੀ ਤੇ ਵਿਆਹੁਣ ਵਾਲੀ ਕੁੜੀ ਹੱਸਦੀ ਆਉਂਦੀ, ਪਰ ਉਸ ਕੋਲੋਂ ਤੁਰਿਆ ਨਹੀਂ ਸੀ ਜਾਂਦਾ ਤੇ ਉਸ ਕੋਲੋਂ ਰਾਤ ਬਾਰੇ ਕੁਝ ਨਾ ਪੁੱਛਿਆ ਜਾਂਦਾ, ਕਿਉਂਕਿ ਇਹ ਵੀ ਕਿਹਾ ਜਾਂਦਾ ਸੀ ਜੇਕਰ ਕੁੜੀ ਕਿਸੇ ਨੂੰ ਦੱਸੇਗੀ ਤਾਂ ਉਸ ਦਾ ਪਤੀ ਮਰ ਜਾਵੇਗਾ। ਤਾਂ ਕੁੜੀ ਕਿਸੇ ਨੂੰ ਕੁਝ ਨਾ ਦੱਸਦੀ, ਕਿਉਂਕਿ ਕੁੜੀ ਨੂੰ ਕੁਝ ਪਤਾ ਨਾ ਹੁੰਦਾ। ਇਹ ਰਸਮ ਜੋ ਨਾ ਨਿਭਾਉਂਦਾ ਉਸ ਨੂੰ ਕਿਹਾ ਜਾਂਦਾ ਕਿ ਉਸ ਦਾ ਪਤੀ 1 ਮਹੀਨੇ ਵਿੱਚ ਹੀ ਮਰ ਜਾਵੇਗਾ, ਤਾਂ ਕੁੜੀ ਨੂੰ ਜਾਣਾ ਹੀ ਪੈਂਦਾ ਸੀ। ਤੇ ਜੋ ਕੁੜੀ ਵਿਆਹ ਨਾ ਕਰਵਾਉਂਦੀ, ਪਤਾ ਲੱਗਣ ਤੇ ਉਸ ਨੂੰ ਜਿੰਦਾ ਅੱਗ ਜਾਂ ਜ਼ਹਿਰ ਪਵਾ ਕੇ ਮਾਰ ਦਿੱਤਾ ਜਾਂਦਾ। ਸਰਪੰਚ ਨੇ ਪਿੰਡ 'ਚ ਬਹੁਤ ਤਾਂਤਰਿਕ ਮੰਗਵਾਏ, ਪਰ ਉਹ ਇੱਕ ਦਿਨ ਬੰਗਲੇ 'ਚ ਰਹਿੰਦੇ ਤਾਂ ਅਗਲੇ ਦਿਨ ਸੁਬਾਹ ਭੱਜ ਕੇ ਪਿੰਡ ਨੂੰ ਆ ਜਾਂਦੇ। ਤਾਂਤਰਿਕ ਨੇ ਕਿਹਾ ਸੀ ਇਸ ਬੰਗਲੇ 'ਚ ਜਵਾਨ ਮੁੰਡੇ ਦੀ ਆਤਮਾ ਹੈ, ਜੋ ਕਿ ਆਪਣੇ ਵਿਆਹ ਵਾਲੇ ਦਿਨ ਕੁੜੀ ਦੇ ਭੱਜਣ ਕਾਰਨ ਮੰਡਪ 'ਚ ਹੀ ਮਰ ਗਿਆ ਸੀ। ਉੱਥੇ ਕੁੜੀ ਦੇ ਜਾਣ ਤੇ ਉਸ ਨੂੰ ਸ਼ਾਂਤੀ ਮਿਲਦੀ ਹੈ, ਤੇ ਜੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਨਾ ਗਈ ਤਾਂ ਉਸ ਦਾ 1 ਮਹੀਨੇ 'ਚ ਪਤੀ ਮਰ ਜਾਵੇਗਾ। ਤਾਂਤਰਿਕ ਦੀਆਂ ਗੱਲਾਂ ਸੁਣ ਪਿੰਡ ਦੇ ਲੋਕ ਸੱਚ ਮੰਨਦੇ ਸੀ ਤੇ ਹਰ ਪੂਰਨਮਾਸ਼ੀ ਨੂੰ ਦੀਵੇ ਬਾਲ ਕੇ ਆਉਂਦੇ ਸੀ। ਜਦੋਂ ਮੇਰੇ ਵਿਆਹ ਦੀ ਉਮਰ ਆਈ, ਮੈਂ ਵਿਆਹ ਕਰਾਉਣ ਤੋਂ ਡਰਦੀ ਸੀ। ਜਦੋਂ ਮੈਂ ਆਪਣੇ ਮਾਂ-ਪਿਓ ਨੂੰ ਕਿਹਾ ਮੈਂ ਵਿਆਹ ਨਹੀਂ ਕਰਵਾਉਣਾ, ਭਾਵੇਂ ਮੈਨੂੰ ਜਿੰਦਾ ਜਲਾ ਦੇਣ ਜਾਂ ਜ਼ਹਿਰ ਦੇ ਦੇਣ, ਤਾਂ ਮੇਰੇ ਮਾਂ-ਪਿਓ ਨੇ ਮਿੰਨਤਾਂ ਕੀਤੀਆਂ ਤੇ ਪੈਰ ਪਕੜੇ। ਉਹਨਾਂ ਤੇ ਮੈਨੂੰ ਤਰਸ ਆ ਗਿਆ ਤੇ ਮੈਂ ਮੰਨ ਗਈ। ਮੈਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਲਹਿੰਗਾ ਪਵਾ ਕੇ ਰੱਜ ਕੇ ਖਾਣਾ ਖਵਾਇਆ ਗਿਆ ਤੇ ਬੰਗਲੇ ਵਿੱਚ ਭੇਜ ਦਿੱਤਾ। ਜਦੋਂ ਮੈਂ ਬੰਗਲੇ ਅੰਦਰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਦੋਸਤੋ, ਚਲਦੇ ਹਾਂ ਕਹਾਣੀ ਵੱਲ। ਮੇਰਾ ਨਾਮ ਰੂਬੀ ਹੈ। ਅਸੀਂ ਨਾ ਜ਼ਿਆਦਾ ਅਮੀਰ ਤੇ ਨਾ ਹੀ ਜ਼ਿਆਦਾ ਗਰੀਬ ਸੀ। ਸਾਡੀ 3 ਕਿੱਲੇ ਜ਼ਮੀਨ ਸੀ। ਮੇਰਾ ਪਿਤਾ ਕਿਸਾਨ ਹੀ ਸੀ। ਅਸੀਂ 3 ਭੈਣਾਂ ਸੀ। ਦੋਨਾਂ ਭੈਣਾਂ ਮੇਰੇ ਤੋਂ ਵੱਡੀਆਂ ਸੀ। ਮੈਂ ਸਭ ਤੋਂ ਛੋਟੀ ਸੀ। ਹੋਣ ਵਾਲੀ ਸੀ ਤਾਂ ਸਭ ਨੂੰ ਸੀ ਮੁੰਡਾ ਹੋਵੇਗਾ, ਪਰ ਮੇਰੇ ਮਾਂ-ਪਿਓ ਦੀ ਕਿਸਮਤ 'ਚ ਪੁੱਤਰ ਨਹੀਂ ਸੀ। ਜਦੋਂ ਮੈਂ ਹੋਈ ਤਾਂ ਸਭ ਦਾ ਚਿਹਰਾ ਉਤਰ ਗਿਆ, ਪਰ ਮੇਰੇ ਪਿਤਾ ਨੇ ਸਭ ਨੂੰ ਹੌਸਲਾ ਦਿੱਤਾ ਕਿ ਧੀਆਂ ਪੁੱਤਾਂ ਤੋਂ ਘੱਟ ਨਹੀਂ। ਬਸ ਸਾਡੇ ਪਿੰਡ 'ਚ ਜੋ ਰਸਮ ਸੀ ਉਸ ਕਰਕੇ ਲੋਕ ਕੁੜੀਆਂ ਨੂੰ ਜਨਮ ਦੇਣ ਤੋਂ ਡਰਦੇ ਸੀ। ਮੇਰੀ ਇੱਕ ਭੈਣ 5ਵੀਂ ਪੜ੍ਹੀ ਸੀ ਤੇ ਦੂਜੀ 10ਵੀਂ। ਉਦੋਂ ਮੈਂ ਛੋਟੀ ਸੀ ਜਦੋਂ ਮੇਰੀਆਂ ਭੈਣਾਂ ਦਾ ਵਿਆਹ ਹੋਇਆ। ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਹੋਣ ਵਾਲਾ ਸੀ ਤਾਂ ਉਹ ਰੋ ਰਹੀ ਸੀ। ਉਸਨੇ ਬੰਗਲੇ ਵਾਲੀ ਰਸਮ ਨਿਭਾਈ। ਮੈਨੂੰ ਉਦੋਂ ਜ਼ਿਆਦਾ ਸਮਝ ਨਹੀਂ ਸੀ। ਮੈਂ ਕਈ ਵਾਰ ਛੋਟੇ ਹੁੰਦੇ ਵਿਆਹੀ ਕੁੜੀ ਤਰ੍ਹਾਂ ਕੱਪੜੇ ਪਾਉਂਦੀ ਤਾਂ ਮੈਨੂੰ ਘਰੋਂ ਕੁੱਟ ਪੈਂਦੀ ਸੀ। ਫਿਰ 5 ਕੁ ਸਾਲ ਬਾਅਦ ਮੇਰੀ ਜਦੋਂ ਛੋਟੀ ਭੈਣ ਦਾ ਵਿਆਹ ਸੀ, ਉਹ ਉਸ ਬੰਗਲੇ 'ਚ ਜਾਣ ਲਈ ਤਿਆਰ ਨਹੀਂ ਸੀ, ਪਰ ਮੇਰਾ ਮਾਂ-ਪਿਓ ਵੀ ਮਜਬੂਰ ਸੀ, ਸਰਪੰਚ ਦੇ ਡਰ ਕਾਰਨ, ਕਿਉਂਕਿ ਪੂਰੇ ਪਰਿਵਾਰ ਨੂੰ ਪਿੰਡ 'ਚੋਂ ਕੱਢ ਦਿੱਤਾ ਜਾਂਦਾ ਸੀ। ਜਦੋਂ ਮੇਰੀ ਭੈਣ ਨੂੰ ਕੋਈ ਰਸਤਾ ਨਾ ਲੱਭਿਆ, ਉਸਨੇ ਆਪਣੇ ਆਪ ਹੀ ਜ਼ਹਿਰ ਲੈ ਲਿਆ। ਮੇਰਾ ਮਾਂ-ਪਿਓ ਰੋ ਰਹੇ ਸੀ। ਸਰਪੰਚ ਆਇਆ, ਉਸਨੇ ਲਾਸ਼ ਨੂੰ ਚੁੱਕਿਆ ਤੇ ਜਲਾ ਦਿੱਤਾ। ਉਹ ਇੱਕ ਜ਼ਾਲਮ ਇਨਸਾਨ ਸੀ। ਮੈਂ ਇਹ ਸਭ ਦੇਖ ਕੇ ਬਹੁਤ ਰੋਈ, ਕਿਉਂਕਿ ਮੈਨੂੰ ਵੀ ਸਮਝ ਆ ਚੁੱਕੀ ਸੀ। ਮੈਂ ਇਹ ਸੱਚ ਨੂੰ ਜਾਣਨਾ ਚਾਹੁੰਦੀ ਸੀ। ਮੈਂ ਪਿੰਡ 'ਚ 12 ਕੀਤੀਆਂ ਤੇ ਅੱਗੇ ਦੀ ਪੜ੍ਹਾਈ ਸ਼ਹਿਰ 'ਚ ਹੀ ਹੋ ਸਕਦੀ ਸੀ। ਮੈਂ ਵੀ ਅੱਗੇ ਪੜ੍ਹਨਾ ਚਾਹੁੰਦੀ ਸੀ ਤੇ ਮੇਰੇ ਪਿਤਾ ਵੀ ਮੈਨੂੰ ਅੱਗੇ ਪੜ੍ਹਾਉਣਾ ਚਾਹੁੰਦੇ ਸੀ। ਸਰਪੰਚ ਅੱਗੇ ਪੜ੍ਹਨ ਲਈ ਆਗਿਆ ਨਹੀਂ ਦਿੰਦਾ ਸੀ, ਪਰ ਜੇ ਅੱਗੇ ਕਿਸੇ ਕੁੜੀ ਨੇ ਪੜ੍ਹਨਾ ਹੁੰਦਾ ਤਾਂ ਇੱਕ ਸ਼ਰਤ, ਸਾਰੀ ਪੰਚਾਇਤ ਨੂੰ ਸਾਂਝੀ ਜਗ੍ਹਾ ਬੁਲਾਇਆ ਜਾਂਦਾ। ਉਸ ਕੁੜੀ ਕੋਲੋਂ ਇੱਕ ਪੱਤਰ ਲਿਖਾਇਆ ਜਾਂਦਾ, ਉਸਨੇ ਵਿਆਹ ਪਿੰਡ 'ਚ ਹੀ ਕਰਵਾਉਣਾ ਹੈ। ਜੇਕਰ ਉਹ ਪਿੰਡ ਵਾਪਸ ਨਾ ਆਈ ਜਾਂ ਉੱਥੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਤਾਂ ਉਸਦੇ ਮਾਤਾ-ਪਿਤਾ ਨੂੰ ਪਿੰਡ ਸਾਹਮਣੇ ਵੱਢ ਦਿੱਤਾ ਜਾਵੇਗਾ। ਜਿਸ ਨੂੰ ਇਹ ਗੱਲ ਮਨਜ਼ੂਰ ਹੁੰਦੀ ਉਹੀ ਅੱਗੇ ਸ਼ਹਿਰ ਪੜ੍ਹਨ ਜਾਂਦਾ। ਦੋਸਤੋ, ਹੁਣ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ ਤੇ ਮੇਰਾ ਪਿਤਾ ਪੜ੍ਹਾਉਣਾ। ਮੇਰਾ ਪਿਤਾ ਸਰਪੰਚ ਕੋਲ ਗਿਆ ਤਾਂ ਸਰਪੰਚ ਨੇ ਨਾ ਕਰ ਦਿੱਤੀ। ਕਾਫੀ ਮਿੰਨਤਾਂ ਤੋਂ ਬਾਅਦ ਉਸਨੇ ਕਿਹਾ ਕੱਲ੍ਹ ਪੰਚਾਇਤ ਇਕੱਠੀ ਹੋਊ। ਅਗਲੇ ਦਿਨ ਪੰਚਾਇਤ ਜੁੜੀ। ਮੈਨੂੰ ਬੁਲਾਇਆ ਗਿਆ ਤੇ ਜੋ ਸ਼ਰਤ ਸੀ ਉਹ ਰੱਖੀ ਗਈ। ਮੈਂ ਸਰਪੰਚ ਕੋਲੋਂ ਸ਼ਾਮ ਦਾ ਸਮਾਂ ਮੰਗਿਆ ਕਿ ਮੈਂ ਸ਼ਾਮ ਤੱਕ ਪੱਤਰ ਲਿਖ ਕੇ ਦੇ ਦੇਵਾਂਗੀ। ਮੈਂ ਘਰ ਮਾਤਾ ਪਿਤਾ ਨੂੰ ਵਿਸ਼ਵਾਸ ਦਿਵਾਇਆ ਤੇ ਸ਼ਾਮ ਨੂੰ ਪੱਤਰ ਲਿਖ ਕੇ ਦੇ ਦਿੱਤਾ।
ਜਦੋਂ ਮੈਂ ਇਕੱਲੀ ਹੁੰਦੀ ਤਾਂ ਹਮੇਸ਼ਾ ਉਸ ਬੰਗਲੇ ਬਾਰੇ ਸੋਚਦੀ ਕਿ ਜੇਕਰ ਉੱਤੇ ਸੱਚੀ ਭੂਤ ਦਾ ਸਾਇਆ ਹੈ ਤਾਂ ਉਸ ਨੂੰ ਸੋਨੇ ਨਾਲ ਕੀ ਮਤਲਬ, ਜੋ ਸੋਨਾ ਉਤਾਰ ਚਾਂਦੀ ਪਾ ਦਿੰਦਾ ਹੈ। ਤੇ ਇਸ ਗੱਲ ਨੂੰ ਪਿੰਡ ਵਾਲੇ ਸੱਚ ਮੰਨਦੇ ਸੀ ਕਿ ਭੂਤ ਸੱਤ ਵਿੱਚ ਹੈ, ਆਪਣੀ ਸ਼ਕਤੀਆਂ ਨਾਲ ਸੋਨੇ ਨੂੰ ਚਾਂਦੀ 'ਚ ਬਦਲ ਦਿੰਦਾ ਹੈ। ਪਰ ਮੈਨੂੰ ਸ਼ੱਕ ਸੀ ਕਿ ਜ਼ਰੂਰ ਕੁਝ ਤਾਂ ਹੈ। ਮੈਂ ਸ਼ਹਿਰ ਪੜ੍ਹਨ ਆ ਗਈ। ਮੈਂ ਦਿਲ ਲਾ ਕੇ ਪੜ੍ਹਾਈ ਕੀਤੀ ਤੇ ਉੱਤੇ ਹੀ ਪੜ੍ਹਦੇ ਪੜ੍ਹਦੇ ਮੈਨੂੰ ਪੁਲਿਸ ਦੀ ਨੌਕਰੀ ਮਿਲ ਗਈ। ਮੈਂ ਆਪਣੇ ਮਾਂ-ਪਿਓ ਨੂੰ ਵੀ ਨਾ ਦੱਸਿਆ ਕਿਉਂਕਿ ਮੈਂ ਸੱਚ ਦਾ ਪਤਾ ਲਗਵਾਉਣਾ ਸੀ। ਮੈਂ ਉੱਥੇ 2 ਸਾਲਾਂ ਬਾਅਦ ਵਾਪਸ ਆ ਗਈ ਤੇ ਸਿੱਧਾ ਸਰਪੰਚ ਕੋਲ ਗਈ ਤੇ ਸਰਪੰਚ ਨੂੰ ਕਿਹਾ, ਤਾਇਆ ਜੀ ਮੈਂ ਵਾਪਸ ਆ ਗਈ ਤੇ ਮੇਰੀ ਪੜ੍ਹਾਈ ਖਤਮ ਹੋ ਗਈ ਹੈ। ਤੇ ਸਰਪੰਚ ਨੇ ਉਹ ਸ਼ਰਤ ਵਾਲਾ ਪੱਤਰ ਪਾੜ ਦਿੱਤਾ ਕਿਉਂਕਿ ਮੈਂ ਪਿੰਡ ਵਾਪਸ ਆ ਗਈ ਸੀ। ਮੈਂ ਪਹਿਲਾਂ ਹੀ ਸੋਹਣੀ ਸੀ ਤੇ ਸ਼ਹਿਰ 'ਚ ਰਹਿੰਦੇ ਹੋਰ ਸੋਹਣੀ ਹੋ ਗਈ ਸੀ। ਚੰਗੇ ਖਾਣ ਪੀਣ ਕਰਕੇ ਮੈਨੂੰ ਸਰਪੰਚ ਦੀ ਦੇਖਣੀ ਸਹੀ ਨਾ ਲੱਗੀ, ਪਰ ਮੈਨੂੰ ਇਹ ਵੀ ਮੇਰਾ ਵਹਿਮ ਲੱਗਿਆ। ਉਸ ਤੋਂ ਬਾਅਦ ਮੈਂ ਘਰ ਆਈ ਤੇ ਆਪਣੇ ਮਾਤਾ ਪਿਤਾ ਨੂੰ ਮਿਲੀ। ਮੇਰੇ ਪਿੰਡ ਦੀ ਸਹੇਲੀ ਸੀ, ਉਸ ਦਾ 5 ਦਿਨ ਬਾਅਦ ਵਿਆਹ ਸੀ। ਮੇਰੇ ਮਾਤਾ ਪਿਤਾ ਨੇ ਦੱਸਿਆ। ਮੈਂ ਖਾਣਾ ਖਾ ਉਸ ਕੋਲ ਚਲੀ ਗਈ। ਮੈਂ ਗਈ ਤਾਂ ਉਹ ਮੇਰੇ ਗੱਲ ਲੱਗ ਰੋਣ ਲੱਗੀ ਕਿ ਮੈਂ ਇਹ ਰਸਮ ਨਹੀਂ ਨਿਭਾਉਣੀ। ਮੈਨੂੰ ਮੇਰੀ ਭੈਣ ਦੀ ਯਾਦ ਆ ਗਈ। ਰਸਮ ਕਰਕੇ ਉਸਨੇ ਆਪਣੀ ਜਾਨ ਦੇ ਦਿੱਤੀ ਸੀ। ਮੇਰੀਆਂ ਅੱਖਾਂ 'ਚੋਂ ਵੀ ਹੰਝੂ ਆ ਗਏ। ਮੈਂ ਹੌਸਲਾ ਦਿੱਤਾ। ਮੈਂ ਫਿਰ ਆਪਣੇ ਘਰ ਵਾਪਸ ਆ ਗਈ। ਬਰਾਤ ਤੋਂ 1 ਦਿਨ ਪਹਿਲਾਂ ਮੈਂ ਆਪਣੀ ਸਹੇਲੀ ਕੋਲ ਗਈ। ਉਸ ਨੂੰ ਤਿਆਰ ਕੀਤਾ ਤੇ ਤਿਆਰ ਹੋਣ ਤੋਂ ਬਾਅਦ ਖਾਣਾ ਆਇਆ। ਜੋ ਸਰਪੰਚ ਘਰੋਂ ਆਉਂਦਾ ਸੀ ਤਾਂ ਮੇਰੀ ਸਹੇਲੀ ਨੇ ਖਾ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਬੰਗਲੇ ਵੱਲ ਭੇਜ ਦਿੱਤਾ ਗਿਆ। ਉਹ ਰੋਂਦੀ ਰੋਂਦੀ ਚਲੀ ਗਈ। ਮੈਂ ਆਪਣੀ ਸਹੇਲੀ ਦੇ ਮਾਂ-ਬਾਪ ਨੂੰ ਹੌਸਲਾ ਦਿੱਤਾ ਤੇ ਕੰਮ ਕਰਾਉਣ ਲੱਗ ਪਈ। ਜੋ ਮੇਰੀ ਸਹੇਲੀ ਨੇ ਖਾਣਾ ਖਾਧਾ ਸੀ ਉਹ ਥੋੜਾ ਬਚ ਗਿਆ ਸੀ। ਮੈਂ ਬਾਹਰ ਜਾ ਕੇ ਕੁੱਤੇ ਨੂੰ ਪਾ ਦਿੱਤਾ ਤੇ ਵਾਪਸ ਅੰਦਰ ਚਲੀ ਗਈ। ਫਿਰ ਜਦੋਂ 15 ਕੁ ਮਿੰਟ ਬਾਅਦ ਮੈਂ ਬਾਹਰ ਆਈ ਤਾਂ ਕੁੱਤਾ ਬੇਹੋਸ਼ ਹੋਇਆ ਪਿਆ ਸੀ ਤੇ ਇਹ ਦੇਖ ਮੇਰੇ ਹੋਸ਼ ਉੱਡ ਗਏ। ਮੈਨੂੰ ਹੁਣ ਯਕੀਨ ਹੋ ਚੁੱਕਿਆ ਸੀ ਕੁਝ ਨਾ ਕੁਝ ਗੜਬੜ ਜ਼ਰੂਰ ਹੈ। ਮੇਰੀ ਸਹੇਲੀ ਅਗਲੇ ਦਿਨ ਬੰਗਲੇ ਤੋਂ ਵਾਪਸ ਆਈ ਤਾਂ ਉਸਨੇ ਜੋ ਸੋਨਾ ਪਾਇਆ ਸੀ ਉਸ ਦੀ ਜਗ੍ਹਾ ਚਾਂਦੀ ਸੀ ਤੇ ਉਹ ਖੁਸ਼ ਸੀ, ਪਰ ਉਸ ਕੋਲੋਂ ਸਹੀ ਤੁਰਿਆ ਨਹੀਂ ਜਾਂਦਾ ਸੀ। ਉਹ ਜਿਵੇਂ ਪੂਰੀ ਥੱਕੀ ਹੋਈ ਸੀ। ਮੈਂ ਉਸ ਨੂੰ ਸਾਰੀ ਗੱਲ ਪੁੱਛੀ। ਉਸਨੇ ਕਿਹਾ ਮੈਂ ਬੰਗਲੇ ਦੇ ਗੇਟ ਕੋਲ ਜਾ ਕੇ ਡਿੱਗ ਪਈ ਸੀ। ਅੱਗੇ ਮੈਨੂੰ ਕੁਝ ਨਹੀਂ ਪਤਾ। ਹੁਣ ਮੇਰੇ ਵਿੱਚ ਵੀ ਜਾਣਨ ਦੀ ਕਾਹਲੀ ਸੀ ਕਿ ਆਖਿਰਕਾਰ ਬੰਗਲੇ ਦਾ ਕੀ ਸੱਚ ਹੈ। ਮੇਰਾ ਵਿਆਹ ਦੀ ਉਮਰ ਵੀ ਸੀ। ਮੇਰਾ ਮਾਂ-ਪਿਓ ਮੇਰੇ ਲਈ ਲੜਕਾ ਦੇਖਣ ਦੀ ਸੋਚਣ ਲੱਗੇ। ਉਹਨਾਂ ਮੈਨੂੰ ਪੁੱਛਿਆ। ਮੈਂ ਹਾਂ ਕਰ ਦਿੱਤੀ। ਜਿਵੇਂ ਤੁਹਾਨੂੰ ਠੀਕ ਲੱਗੇ। ਮੇਰੇ ਮਾਂ-ਪਿਓ ਦੇ ਅੱਖਾਂ 'ਚੋਂ ਹੰਝੂ ਆ ਗਏ। ਮੇਰਾ ਪਿਓ ਕਹਿੰਦਾ ਮਾਫ਼ ਕਰੀ ਧੀਏ, ਮੈਂ ਚਾਹੁੰਦਾ ਵੀ ਤੈਨੂੰ ਬੰਗਲੇ ਜਾਣ ਤੋਂ ਨਹੀਂ ਰੋਕ ਸਕਾਂਗਾ। ਤੇ ਉੱਥੋਂ ਚਲੇ ਗਏ। ਕੁਝ ਦਿਨਾਂ 'ਚ ਮੇਰਾ ਰਿਸ਼ਤਾ ਤੈਅ ਹੋ ਗਿਆ ਤੇ ਵਿਆਹ ਰੱਖਿਆ ਗਿਆ। ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਆਪਣੇ ਸ਼ਹਿਰ ਦੇ ਦੋਸਤਾਂ ਨੂੰ ਬੁਲਾਉਣਾ ਹੈ ਤਾਂ ਬਾਪੂ ਨੇ ਕਿਹਾ ਕੋਈ ਗੱਲ ਨਹੀਂ ਪੁੱਤ, ਅਸਲ 'ਚ ਮੈਂ ਆਪਣੇ ਦੋਸਤਾਂ ਨੂੰ ਨਹੀਂ ਆਪਣੀ ਪੁਲਿਸ ਦੀ ਟੀਮ ਨੂੰ ਬੁਲਾਉਣਾ ਚਾਹੁੰਦੀ ਸੀ। ਮੈਂ ਪੁਲਿਸ ਸੀਨੀਅਰ ਨਾਲ ਗੱਲ ਕੀਤੀ ਕਿ ਸਾਡੇ ਪਿੰਡ ਦੇ ਕੋਈ ਤਾਂ ਰਾਜ ਹੈ ਜੋ ਕਿ ਕਿਸੇ ਨੂੰ ਦਿਖ ਨਹੀਂ ਰਿਹਾ। ਉਹ ਸਾਡੇ ਪਿੰਡ ਆ ਗਏ, ਜਿਸ 'ਚ 2 ਪੁਲਿਸ ਔਰਤਾਂ ਸੀ ਜੋ ਸਿੰਪਲ ਕੱਪੜਿਆਂ 'ਚ ਆਏ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਮੇਰਾ ਵਿਆਹ ਰੱਖਿਆ ਗਿਆ ਸੀ ਤੇ ਵਿਆਹ ਤੋਂ 1 ਦਿਨ ਪਹਿਲਾਂ ਮੇਰੇ ਲਈ ਖਾਣਾ ਆਇਆ ਤੇ ਮੈਂ ਨਾ ਖਾਧਾ ਤੇ ਲਿਫਾਫੇ 'ਚ ਪਾ ਦੋਸਤਾਂ ਨੂੰ ਸੁੱਟਣ ਲਈ ਪਕੜਾ ਦਿੱਤਾ ਤੇ ਬੰਗਲੇ ਵੱਲ ਚੱਲ ਪਈ। ਮੇਰੀ ਸਹੇਲੀ ਦੇ ਦੱਸੇ ਅਨੁਸਾਰ ਮੈਂ ਬੰਗਲੇ ਦੇ ਗੇਟ ਕੋਲ ਡਿੱਗ ਪਈ ਤੇ ਬੇਹੋਸ਼ ਹੋਣ ਦਾ ਨਾਟਕ ਕੀਤਾ। ਮੈਂ ਪਈ ਰਹੀ। ਕੁਝ ਟਾਈਮ ਬਾਅਦ 2 ਜਣੇ ਆਏ ਤੇ ਮੈਨੂੰ ਚੱਕ ਕੇ ਅੰਦਰ ਲੈ ਗਏ ਤੇ ਅੰਦਰ ਜਾ ਕੇ ਇੱਕ ਆਦਮੀ ਦੂਜੇ ਨੂੰ ਕੁਝ ਬੋਲ ਰਿਹਾ ਸੀ ਤੇ ਆਵਾਜ਼ ਜਾਣੀ ਪਛਾਣੀ ਸੀ। ਜਦੋਂ ਉਸਨੇ ਮੂੰਹ ਤੋਂ ਕੱਪੜਾ ਲਾਇਆ, ਮੈਂ ਥੋੜੀ ਅੱਖ ਖੋਲ ਕੇ ਦੇਖਿਆ। ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹ ਹੋਰ ਕੋਈ ਨਹੀਂ ਸੀ, ਪਿੰਡ ਦਾ ਸਰਪੰਚ ਕਾਲੀਨਾਥ ਸੀ। ਉਹ ਆਪਣੇ ਨਾਲ ਦੇ ਵਿਅਕਤੀ ਨੂੰ ਕਹਿ ਰਿਹਾ ਸੀ, ਹੁਣ ਤੂੰ ਚਲਾ ਜਾ ਤੇ ਪਿੰਡ 'ਚ ਜਾ, ਕੋਈ ਪੁੱਛੇ ਸਰਪੰਚ ਕਿੱਥੇ ਤਾਂ ਕਹਿ ਦੀ ਬਾਹਰ ਕੰਮ ਗਿਆ। ਦੂਜੇ ਵਿਅਕਤੀ ਚਲਾ ਗਿਆ। ਜਦੋਂ ਸਰਪੰਚ ਮੇਰੇ ਕੋਲ ਮੇਰੇ ਵਜੂਦ ਲੁੱਟਣ ਆਇਆ, ਮੈਂ ਪੈਰ ਮਾਰਿਆ। ਉਹ ਡਿੱਗ ਪਿਆ ਤੇ ਮੈਂ ਪਿਸਤੌਲ ਕੱਢ ਉਸ ਦੇ ਸਾਹਮਣੇ ਕਰ ਦਿੱਤਾ। ਉਹ ਮੈਨੂੰ ਹੋਸ਼ 'ਚ ਆਈ ਨੂੰ ਦੇਖ ਕੇ ਘਬਰਾ ਗਿਆ ਤੇ ਕਹਿਣ ਲੱਗਿਆ ਤੂੰ ਉੱਠ ਕਿਵੇਂ ਗਈ। ਮੈਂ ਕਿਹਾ ਮੈਂ ਤੇਰਾ ਦਿੱਤਾ ਖਾਣਾ ਨਹੀਂ ਖਾਧਾ ਸੀ ਤੇ ਕੁੱਤੇ ਵਾਲੀ ਸਾਰੀ ਗੱਲ ਦੱਸੀ ਤੇ ਇਹ ਵੀ ਦੱਸਿਆ ਮੈਂ ਪੁਲਿਸ ਵਿੱਚ ਆ। ਉਹ ਮੇਰੀਆਂ ਮਿੰਨਤਾਂ ਕਰਨ ਲੱਗਿਆ। ਮੈਂ ਉਸ ਨੂੰ ਪਿਸਤੌਲ ਦੀ ਨੋਕ ਤੇ ਪਿੰਡ ਲੈ ਆਈ। ਮੈਨੂੰ ਇਸ ਤਰ੍ਹਾਂ ਦੇਖ ਸਭ ਹੈਰਾਨ ਸੀ। ਮੈਂ ਸਾਰੀ ਗੱਲ ਦੱਸੀ ਤੇ ਸਰਪੰਚ ਵੀ ਮੰਨ ਗਿਆ। ਮੈਂ ਬਸ ਕੁੜੀਆਂ ਦੀ ਇੱਜ਼ਤ ਲੁੱਟਦਾ ਸੀ। ਇਹ ਕੋਈ ਰਸਮ ਵਾਲੀ ਗੱਲ ਸੱਚ ਨਹੀਂ ਸੀ ਤੇ ਜੋ ਤਾਂਤਰਿਕ ਸੀ ਉਹ ਮੇਰੇ ਦੋਸਤ ਹੀ ਸੀ। ਜਿਵੇਂ ਕਰਨ ਲਈ ਮੈਂ ਉਹਨਾਂ ਨੂੰ ਕਿਹਾ, ਉਹਨਾਂ ਨੇ ਉਂਝ ਹੀ ਕੀਤਾ ਤੇ ਸੋਨਾ ਉਤਾਰ ਚਾਂਦੀ ਪਾ ਦਿੰਦੇ ਸੀ। ਸਾਰਾ ਸੱਚ ਪਿੰਡ ਦੇ ਸਾਹਮਣੇ ਆ ਗਿਆ। ਮੈਂ ਆਪਣੇ ਪੁਲਿਸ ਦੋਸਤਾਂ ਨੂੰ ਕਿਹਾ। ਉਹਨਾਂ ਨੇ ਸਰਪੰਚ ਨੂੰ ਪਕੜ ਲਿਆ ਤੇ ਉਸ ਨੂੰ ਜੇਲ੍ਹ 'ਚ ਲੈ ਗਏ। ਮੈਂ ਆਪਣੇ ਮਾਤਾ ਪਿਤਾ ਨੂੰ ਕਿਹਾ ਮੈਨੂੰ ਪੁਲਿਸ ਦੀ ਨੌਕਰੀ ਮਿਲ ਗਈ ਸੀ। ਮੇਰੇ ਮਾਤਾ ਪਿਤਾ ਨੂੰ ਮਾਣ ਮਹਿਸੂਸ ਹੋਇਆ।
ਕਿੰਜ ਲੱਗੀ ਕਹਾਣੀ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ। ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ ਵਿੱਚ।